ਗੁਰੂਪ ਅੰਦਰ ਲਿਖਿਆ ਹੈ। ਸਤਿ ਸ੍ਰੀ ਅਕਾਲ ਬਾਬਾ ਜੀ। ਬਾਬਾ ਜੀ, ਜਦੋਂ ਧਿਆਨ ਕਰਦੇ ਹਾਂ ਤਾਂ ਅਸੀਂ ਕਰਤਾ ਹੁੰਦੇ ਹਾਂ, ਜਿਵੇਂ ਕਥਾ ਵਿੱਚ ਸੁਣਿਆ ਹੈ। ਜੇ ਸਿਰਫ ਬੈਠ ਜਾਂਦੇ ਹਾਂ ਤਾਂ ਮਨ ਕਹਿੰਦਾ ਹੈ ਕਿ ਬਿਨਾਂ ਕਿਸੇ ਲਕਸ਼ ਤੋਂ ਕਿੱਥੇ ਜਾਣਾ ਹੈ। ਜਿਵੇਂ ਕਿਸੇ ਕੈਦੀ ਨੂੰ ਜੇਲ੍ਹ ਵਿੱਚ ਇਕੱਲੇ ਕਮਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਉਹ ਬਹੁਤ ਸਮੇਂ ਤੱਕ ਉੱਥੇ ਬੰਦ ਰਹਿੰਦਾ ਹੈ, ਫਿਰ ਵੀ ਉਹਦੇ ਵਿਚਾਰ ਸ਼ਾਂਤ ਨਹੀਂ ਹੁੰਦੇ। ਫਿਰ ਬਾਬਾ ਜੀ ਸਿਰਫ ਬੈਠਣ ਦੇ ਵਿੱਚ ਕਿਵੇਂ ਧਿਆਨ ਬਣ ਜਾਂਦਾ ਹੈ। ਕਥਾ ਦੇ ਵਿੱਚ ਤੁਸੀਂ ਠੀਕ ਸੁਣਿਆ ਹੈ ਵੀ ਜਿੰਨਾ ਚਿਰ ਤੁਸੀਂ ਕੁਛ ਕਰਦੇ ਹੋ ਉਹਨਾਂ ਚਿਰ ਕਰਤਾ ਬਣੇ ਰਹਿੰਦੇ ਹੋ। ਪਰ ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਸੁਣਨ ਵਾਲੇ ਸਰੋਤੇ ਅਨੇਕ ਤਰ੍ਹਾਂ ਦੇ ਹਨ। ਕਈ ਅਜੇ ਪਹਿਲ ਸਾਧਨਾ ਵਿੱਚ ਲੱਗੇ ਹੋਏ ਹਨ, ਕੁਛ ਚੱਲ ਰਹੇ ਹਨ। ਕਈਆਂ ਦਾ ਐਸਾ ਵੀ ਸਮੇਂ ਆ ਚੁੱਕਾ ਹੈ ਜਿਨ੍ਹਾਂ ਨੂੰ ਅਕਰਤਾ ਹੋਣ ਦੀ ਜ਼ਰੂਰਤ ਹੈ। ਅਲਕਸ਼ ਹੋਣ ਦੀ ਜ਼ਰੂਰਤ ਹੈ। ਤੇ ਅਲਕਸ਼ ਹੋਣ ਵਾਸਤੇ ਪਹਿਲਾਂ ਤਿਆਰੀ ਕਰਨੀ ਹੈ। ਪਹਿਲਾਂ ਤੇ ਲਕਸ਼ ਦਿੱਤੇ ਜਾਂਦੇ ਹਨ। ਧਾਰਮਿਕ ਸਤਿਗੁਰੂ ਜਿਹੜੇ ਹੋਏ ਹਨ ਉਹਨਾਂ ਨੇ ਵੀ ਲਕਸ਼ ਦਿੱਤੇ ਹਨ ਤੇ ਸੰਸਾਰਿਕ ਲੋਕ ਵੀ ਲਕਸ਼ ਦਿੰਦੇ ਹਨ। ਲਕਸ਼ ਦਾ ਮਤਲਬ ਹੁੰਦਾ ਟੀਚਾ, ਚਾਹਤ, ਵਾਸ਼ਨਾ, ਇੱਛਾ। ਕੁਛ ਪਾਉਣਾ ਹੈ, ਕੁਛ ਲਕਸ਼ ਹਾਸਲ ਕਰਨਾ। ਅਤੇ ਸੰਸਾਰ ਦੇ ਵਿੱਚ ਆਦਮੀ ਜਾਂਦਾ ਕੁਛ ਹਾਸਲ ਕਰਨ ਵਾਸਤੇ, ਕੁਛ ਪਾਉਣ ਵਾਸਤੇ। ਕੁਛ ਸੁੱਖ, ਕੁਛ ਸੁਵਿਧਾ, ਕੁਛ ਮਜ਼ਾ, ਕੁਛ ਆਨੰਦ, ਕੁਛ ਨਾ ਕੁਛ ਪਾਉਣਾ ਹੈ ਤਾਂ ਹੀ ਜਾਂਦਾ ਹੈ। ਸ਼ੁਰੂਆਤ ਹੀ ਲਕਸ਼ ਤੋਂ ਹੁੰਦੀ। ਜਿਵੇਂ ਕਿਹਾ ਵੀ ਹੈ ਨਾ, ਲਿਵ ਛੁਟਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਏ। ਬੱਚੇ ਦੀ ਉਦੋਂ ਲਿਵ ਟੁੱਟ ਗਈ ਅੰਦਰੋਂ, ਜੋ ਤ੍ਰਿਸ਼ਨਾ ਲੱਗ ਗਈ, ਭਾਵ ਕਿ ਲਕਸ਼ ਚਾਹਤ ਪੈਦਾ ਹੋ ਗਈ ਅਤੇ ਸੰਸਾਰ ਵੱਲ ਚੱਲ ਪਿਆ। ਹੁਣ ਸੰਸਾਰ ਵੱਲ ਚੱਲ ਪਿਆ ਅਤੇ ਸੰਸਾਰ ਦੇ ਲਕਸ਼ ਹਨ, ਚਾਹਤਾਂ ਹਨ। ਸੰਸਾਰ ਦੀਆਂ ਚਾਹਤਾਂ ਬਹੁਤ ਹੁੰਦੀਆਂ ਹਨ, ਤੁਹਾਡੀਆਂ ਹਨ, ਬੱਚਿਆਂ ਦੀਆਂ ਹਨ, ਪਰਿਵਾਰ ਦੀਆਂ ਹਨ, ਕਈ ਹਨ। ਇਹਨਾਂ ਚਾਹਤਾਂ ਤੋਂ ਮੁਕਤ ਕਰਨ ਵਾਸਤੇ ਫਿਰ ਧਾਰਮਿਕ ਲਕਸ਼ ਦਿੱਤਾ ਜਾਂਦਾ ਹੈ। ਅਤੇ ਪ੍ਰਭੂ ਦੇ ਪਿਆਰੇ ਵੀ ਲਕਸ਼ ਦਿੰਦੇ ਆ, ਕਿਉਂਕਿ ਲਕਸ਼ ਤੋਂ ਬਿਨਾਂ ਮਨ ਚੱਲਦਾ ਨਹੀਂ ਹੈ। ਇਹ ਗੱਲ ਠੀਕ ਹੈ ਤੁਹਾਡੀ। ਲਕਸ਼ ਤੋਂ ਬਿਨਾਂ ਤੁਸੀਂ ਚੱਲੋਗੇ ਨਹੀਂ, ਇਸ ਕਰਕੇ ਲਕਸ਼ ਦਿੱਤਾ ਜਾਂਦਾ ਹੈ ਵੀ ਤੁਹਾਨੂੰ ਸੁੱਖ ਮਿਲੂਗਾ, ਤੁਹਾਨੂੰ ਆਨੰਦ ਮਿਲੂਗਾ, ਤੁਸੀਂ ਮੁਕਤ ਹੋ ਜਾਓਗੇ,
ਸੁਤੰਤਰ ਹੋ ਜਾਓਗੇ, ਨਿਸ਼ਚਿੰਤ ਹੋ ਜਾਓਗੇ। ਬਹੁਤ ਢੰਗ ਨਾਲ ਕਿਹਾ ਹੈ ਤਾਂ ਕਿ ਤੁਸੀਂ ਚੱਲੋ। ਫਿਰ ਸੰਸਾਰ ਦੇ ਅਨੇਕ ਲਕਸ਼ ਹਨ, ਉਹ ਸਾਰਿਆਂ ਨੂੰ ਛੱਡ ਕੇ ਤੇ ਇੱਕ ਲਕਸ਼ ਦੇ ਵਿੱਚ ਆ ਜਾਣਾ ਹੈ। ਪਰਮਾਤਮਾ ਦਾ ਇੱਕ ਲਕਸ਼ ਹੈ, ਪਰਮਾਤਮਾ ਇੱਕ ਹੈ, ਇੱਕ ਟੀਚਾ, ਉਧਰ ਨੂੰ ਚੱਲ ਪੈਣਾ। ਇੱਕ ਚਾਹਤ ਕਹਿ ਲਓ, ਹੈ ਤੇ ਚਾਹਤ ਹੀ, ਪਰ ਅਨੇਕ ਛੱਡਣੀਆਂ ਹਨ। ਜਿਵੇਂ ਪਹਾੜ ਦੇ ਉੱਪਰੋਂ ਬਹੁਤ ਸਾਰੇ ਝਰਨੇ ਉਤਰਦੇ ਹਨ, ਤੋ ਇੱਕ ਨਦੀ ਦੇ ਵਿੱਚ ਆ ਕੇ ਮਿਲ ਜਾਂਦੇ ਹਨ। ਹੁਣ ਕੱਲਾ ਕੱਲਾ ਝਰਨਾ ਤੇ ਨਹੀਂ ਜਾ ਸਕਦਾ, ਨਦੀ ਦਾ ਰੂਪ ਬਣ ਜਾਂਦੀ। ਫਿਰ ਨਦੀ ਜਾਂਦੀ ਹੈ ਸਾਗਰ ਵੱਲ। ਇੱਦਾਂ ਹੀ ਅਨੇਕ ਚਾਹਤਾਂ ਇੱਕ ਚਾਹਤ ਦੇ ਨਾਲ ਮਿਲ ਗਈਆਂ। ਹੁਣ ਪਰਮਾਤਮਾ ਨੂੰ ਪਾਉਣਾ ਹੈ, ਇੱਕ ਲਕਸ਼। ਸੰਸਾਰ ਦੀਆਂ ਚਾਹਤਾਂ ਨਹੀਂ, ਪਹਿਲਾਂ ਤਾਂ ਸੰਸਾਰ ਦੀਆਂ ਛੁੱਟਣਗੀਆਂ, ਸੰਸਾਰ ਦੇ ਲਕਸ਼ ਛੁੱਟਣਗੇ। ਸ਼ੁਰੂਆਤ ਉੱਥੋਂ ਹੋਵੇਗੀ, ਖਿਆਲ ਵਿੱਚ ਰੱਖੋ। ਇੱਕਦਮ ਲਕਸ਼ ਥੋੜ੍ਹੀ ਛੁੱਟ ਜਾਂਦੇ ਆ ਚਾਹਤਾਂ, ਅਤੇ ਸੰਸਾਰ ਦੇ ਲਕਸ਼ ਪਹਿਲਾਂ ਛੁੱਟਣਗੇ, ਚਾਹਤਾਂ ਛੁੱਟਣਗੀਆਂ ਵੀ ਕੁਛ ਨਹੀਂ ਰੱਖਿਆ ਹੈ, ਦੇਖ ਲਿਆ ਬਥੇਰਾ, ਭੋਗ ਲਿਆ ਬਥੇਰਾ, ਕੁਛ ਨਹੀਂ ਮਿਲਿਆ, ਕੁਛ ਨਹੀਂ ਮਿਲਦਾ ਇੱਥੇ। ਅਤੇ ਜਿਹੜਾ ਨਿਚੋੜ ਕੱਢ ਲੈਂਦਾ ਹੈ ਵੀ ਕੁਛ ਨਹੀਂ ਮਿਲਦਾ ਹੈ, ਵਿਅਰਥ ਹੈ, ਸੁੱਖ ਪੱਲਰ ਤਿਆਗ, ਉਹ ਤਿਆਗ ਦਿੰਦਾ। ਫਿਰ ਮਹਾਂ ਸੁੱਖ ਪਾਵੇ, ਮਹਾਂ ਸੁੱਖ ਵਾਸਤੇ ਉਧਰ ਦੀ ਚਾਹਤ ਕਰ ਲੈਂਦਾ ਹੈ ਵੀ ਇਹ ਛੱਡਣੇ ਹਨ, ਉਧਰ ਨੂੰ ਜਾਣਾ ਹੈ ਪਰਮਾਤਮਾ ਵੱਲ। ਇਹ ਤੇ ਸ਼ੂਦਰ ਹਨ, ਵਿਅਰਥ ਹਨ, ਅਸਤ ਹਨ, ਅਤੇ ਵਾਸਤਵਿਕ ਸੁੱਖ ਪਾਉਣਾ ਹੈ, ਆਨੰਦ ਪਾਉਣਾ ਹੈ। ਇਹ ਵੀ ਤਾਂ ਲਕਸ਼ ਹੈ ਨਾ, ਪਰਮਾਤਮਾ ਨੂੰ ਪਾਉਣਾ। ਅਤੇ ਇਸ ਲਕਸ਼ ਨੂੰ ਫੜ ਲੈ ਕੇ ਇੱਧਰ ਨੂੰ ਚੱਲਦਾ ਹੈ ਆਦਮੀ। ਫਿਰ ਜਿਹੜਾ ਲਗਾਤਾਰ ਇਸ ਲਕਸ਼ ਵੱਲ ਨੂੰ ਚੱਲਦਾ ਰਹਿੰਦਾ ਹੈ, ਸੰਸਾਰ ਦੇ ਉਹਦੇ ਲਕਸ਼ ਛੁੱਟ ਜਾਂਦੇ, ਸੰਸਾਰ ਦੀਆਂ ਚਾਹਤਾਂ ਛੁੱਟ ਜਾਂਦੀਆਂ, ਵਾਸ਼ਨਾਵਾਂ ਛੁੱਟ ਜਾਂਦੀਆਂ। ਹੁਣ ਸੰਸਾਰ ਨਹੀਂ ਚਾਹੀਦਾ, ਕੁਛ ਵੀ ਨਹੀਂ ਚਾਹੀਦਾ ਸੰਸਾਰ ਵੱਲ, ਉਧਰ ਨੂੰ ਧਿਆਨ ਹਟ ਗਿਆ। ਹੁਣ ਸਾਰਾ ਧਿਆਨ ਇੱਧਰ ਲੱਗ ਗਿਆ, ਇਸ ਲਕਸ਼ ਵੱਲ। ਪਰ ਇਸ ਲਕਸ਼ ਵੱਲ ਜਿੰਨਾ ਚਿਰ ਧਿਆਨ ਰਹੇਗਾ, ਉਹਨਾਂ ਚਿਰ ਮਨ ਚੱਲਦਾ ਰਹੇਗਾ। ਫਿਰ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਲਕਸ਼ ਵੱਲ ਨੂੰ ਧਿਆਨ ਹਟਾਓ ਤਾਂ ਤੁਸੀਂ ਅਕਰਤਾ ਹੋਵੋਗੇ। ਕਿਉਂਕਿ ਲਕਸ਼ ਤਾਂ ਦੂਸਰੇ ਦਾ ਹੁੰਦਾ ਹੈ ਨਾ, ਦੂਸਰੀ ਚੀਜ਼ ਨੂੰ ਪਾਉਣ ਵਾਸਤੇ ਆਪਾਂ ਚਾਹਤ ਕਰ ਸਕਦੇ, ਤਾਂ ਪਰਮਾਤਮਾ ਦੂਸਰਾ ਥੋੜ੍ਹੀ ਹੈ। ਪਰ ਇਹ ਜਿਹੜਾ ਲਕਸ਼ ਹੈ ਨਾ ਧਾਰਮਿਕ, ਇਹ ਛੱਡਣਾ ਔਖਾ ਹੈ। ਇਹ ਸੰਸਾਰਿਕ ਲਕਸ਼ ਤੇ ਛੁੱਟ ਜਾਂਦੇ ਹਨ, ਛੱਡਣੇ ਤੇ ਉਹ ਵੀ ਔਖੇ ਹਨ, ਬਹੁਤ ਕਠਿਨ ਹੈ। ਫਿਰ ਜਿਹੜਾ ਧਾਰਮਿਕ ਲਕਸ਼ ਹੈ, ਧਾਰਮਿਕ ਚਾਹਤ ਹੈ, ਇਹ ਛੱਡਣੀਆਂ ਔਖੀਆਂ ਹਨ। ਅਤੇ ਜਿਵੇਂ ਤੁਸੀਂ ਕਿਹਾ ਹੈ ਵੀ ਅਗਰ ਕੋਈ ਛੱਡਦਾ ਵੀ ਹੈ ਵੀ ਛੱਡੋ ਪਰਾਂ, ਤੁਹਾਨੂੰ ਇਉਂ ਹੀ ਲੱਗਦਾ ਹੈ ਵੀ ਅਗਰ ਇਸ ਤਰ੍ਹਾਂ ਹੀ ਬੈਠੇ ਰਹੇ, ਲਕਸ਼ ਕੋਈ ਨਾ ਕੀਤਾ, ਅਤੇ ਮਨ 'ਚ ਵਿਚਾਰ ਤੇ ਚੱਲ ਹੀ ਰਹੇ ਹਨ। ਜਿਵੇਂ ਕੋਈ ਜੇਲ੍ਹ ਦੇ ਵਿੱਚ ਬੰਦ ਹੈ, ਇਕੱਲਾ ਕੋਠੜੀ 'ਚ ਸਾਰੀ ਜ਼ਿੰਦਗੀ ਰਹੀ ਜਾਵੇ, ਤਾਂ ਸ਼ਾਂਤ ਥੋੜ੍ਹੀ ਹੋ ਜਾਂਦਾ, ਪਰ ਉਹਦੇ ਲਕਸ਼ ਸਮਾਪਤ ਥੋੜ੍ਹੀ ਹੋਏ ਹਨ। ਜਿਹੜਾ ਜੇਲ੍ਹ 'ਚ ਬੰਦ, ਉਹ ਤਾਂ ਜ਼ਬਰਦਸਤੀ ਬੰਦ ਕੀਤਾ ਗਿਆ ਹੈ, ਚਾਹਤਾਂ ਤਾਂ ਉਹਦੀਆਂ ਬਹੁਤ ਹੋਣਗੀਆਂ, ਤੋ ਚੱਲ ਹੀ ਰਹੀਆਂ ਹੋਣਗੀਆਂ ਮਨ ਦੇ ਵਿੱਚ, ਅਤੇ ਆਖਰੀ ਦਮ ਤੱਕ ਆਦਮੀ ਸੋਚਦਾ ਰਹਿੰਦਾ ਕੁਛ ਨਾ ਕੁਛ। ਅਤੇ ਜਿਹੜਾ ਜ਼ਬਰਦਸਤੀ ਬੈਠ ਗਿਆ ਹੈ ਧਿਆਨ ਕਰਨ ਵਾਸਤੇ, ਉਹਦੇ ਲਕਸ਼ ਤੇ ਹੈ ਨਹੀਂ। ਅਤੇ ਅਗਰ ਸੰਸਾਰ ਦੇ ਲਕਸ਼ ਹਨ, ਸੰਸਾਰ ਦੀਆਂ ਕਾਮਨਾਵਾਂ ਚਾਹਤਾਂ ਹਨ, ਅਤੇ ਮਨ ਜ਼ਿਆਦਾ ਚੱਲੇਗਾ। ਇਹੋ ਤਾਂ ਮੈਂ ਕਹਿੰਦਾ ਹਾਂ ਅਕਸਰ ਵਾਰ-ਵਾਰ ਵੀ ਵਿਚਾਰਧਾਰਾ ਸੰਸਾਰ ਦੀ ਜ਼ਿਆਦਾ ਚੱਲਦੀ ਹੈ ਜਦੋਂ ਆਦਮੀ ਧਿਆਨ 'ਚ ਬੈਠਦਾ। ਅਗਰ ਕੁਛ ਨਾ ਕਰੋਗੇ ਤਾਂ ਹੋਰ ਜ਼ਿਆਦਾ ਚੱਲੇਗੀ, ਕਿਉਂਕਿ ਸਾਰੀ ਊਰਜਾ ਉਹਨਾਂ ਵਿਚਾਰਾਂ ਨੂੰ ਮਿਲ ਜਾਂਦੀ ਹੈ। ਅਤੇ ਵਿਚਾਰ ਚੱਲ ਰਹੇ ਹਨ ਸੰਸਾਰਿਕ ਲਕਸ਼ਾਂ ਕਰਕੇ, ਚਾਹਤਾਂ ਕਰਕੇ, ਵਾਸ਼ਨਾ ਕਰਕੇ,
ਤੁਸੀਂ ਜੀਣਾ ਚਾਹੁੰਦੇ ਹੋ ਸੰਸਾਰ ਦੇ ਵਿੱਚ ਸੁਖਪੂਰਵਕ। ਧਾਰਮਿਕ ਲੋਕ ਵੀ ਇੱਦਾਂ ਹੀ ਜੀਣਾ ਚਾਹੁੰਦੇ ਹਨ, ਸੁਖਪੂਰਵਕ। ਅਤੇ ਵਿਚਾਰਧਾਰਾ ਚੱਲਦੀ ਰਹੇ ਕਿ ਕੋਈ ਜਿੰਨਾ ਚਿਰ ਮਰਜ਼ੀ ਕਮਰੇ ਦੇ ਵਿੱਚ ਬੈਠਾ ਰਹੇ, ਜਿੰਨਾ ਚਿਰ ਬਾਹਰੋਂ ਸੰਸਾਰ ਵੱਲੋਂ ਧਿਆਨ ਨਹੀਂ ਹਟਾਉਂਦਾ, ਲਕਸ਼ ਨਹੀਂ ਛੱਡਦਾ, ਵਾਸ਼ਨਾ ਚਾਹਤ। ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਭੋਰੇ 'ਚ ਬੈਠੇ ਸਨ। ਉਹ ਕੈਦੀ ਵਾਂਗੂ ਥੋੜ੍ਹੇ ਬੈਠੇ ਸਨ, ਜ਼ਬਰਦਸਤੀ ਕਿਸੇ ਨੇ ਥੋੜ੍ਹੀ ਬਿਠਾਇਆ ਸੀ। ਆਪਣੇ ਮੌਜ ਨਾਲ ਬੈਠੇ ਸਨ, ਸੰਸਾਰ ਨੂੰ ਜਾਣ ਕੇ ਬੈਠੇ ਸਨ ਵੀ ਇਹ ਅਸੱਤ ਹੈ, ਬਿਲਕੁਲ ਵਿਅਰਥ ਹੈ। ਇਸ ਕਰਕੇ ਉਹ ਬਿਲਕੁਲ ਕਿਸੇ ਨੂੰ ਵੀ ਨਹੀਂ ਮਿਲੇ। ਬਾਅਦ ਦੇ ਵਿੱਚ ਸਾਰਿਆਂ ਨਾਲ ਮੋਹ ਤੋੜ ਦਿੱਤਾ ਅਤੇ ਬੈਠ ਗਏ। ਅਤੇ ਜਦੋਂ ਉਹ ਬਾਹਰ ਨਿਕਲੇ ਤਾਂ ਉਹਨਾਂ ਨੇ ਕਿਹਾ ਵੀ ਮਾਈ ਮਨ ਮੇਰੋ ਤਾਵਨ ਤੇ ਛੂਟਿਓ ਕਰ ਬੈਠੋ ਬਿਸਰਾ। ਦੌੜਦਾ ਸੀ ਕਿਸੇ ਲਕਸ਼ ਕਰਕੇ। ਪਹਿਲਾਂ ਸੰਸਾਰ ਦੇ ਲਕਸ਼ ਸੀ ਤਾਂ ਦੌੜ ਰਿਹਾ ਸੀ, ਫਿਰ ਧਾਰਮਿਕ ਲਕਸ਼ ਪਰਮਾਤਮਾ ਨੂੰ ਪਾਉਣਾ ਤਾਂ ਵੀ ਦੌੜਦਾ ਹੈ ਮਨ। ਅਤੇ ਇੱਕਦਮ ਲਕਸ਼ ਛੁੱਟ ਨਹੀਂ ਜਾਂਦੇ ਹਨ। ਪਰਮਾਤਮਾ ਨੂੰ ਪਾਉਣ ਦਾ ਵੀ ਲਕਸ਼ ਜਿਹੜਾ ਹੈ ਉਹ ਓਨਾ ਚਿਰ ਨਹੀਂ ਛੁੱਟਦਾ ਹੈ ਜਿੰਨਾ ਚਿਰ ਉਹ ਆਖਰੀ ਸੀਮਾ ਤੱਕ ਨਹੀਂ ਪਹੁੰਚਿਆ ਹੈ। ਲਕਸ਼ ਛੱਡਣ ਦੀ ਵੀ ਤਿਆਰੀ ਹੁੰਦੀ ਹੈ ਨਾ, ਜਿਵੇਂ ਨਦੀ ਨੇ ਸਾਗਰ 'ਚ ਸਮਾਉਣਾ ਹੈ, ਮਿਟਣਾ ਹੈ, ਉੱਦਾਂ ਮਿਟਣ ਦੀ ਤਿਆਰੀ। ਸਾਰੇ ਲਕਸ਼ ਚਾਹਤਾਂ ਵਾਸ਼ਨਾ ਪਹਿਲਾਂ ਬਾਹਰੋਂ ਛੱਡਣੀਆਂ ਹਨ, ਫਿਰ ਅਤੇ ਹੌਲੀ ਹੌਲੀ ਛੁੱਟਦੀਆਂ ਹਨ। ਪਰ ਇੱਧਰ ਸਾਰਿਆਂ ਵਾਸਤੇ ਕਿਹਾ ਜਾ ਰਿਹਾ ਹੈ ਵੀ ਕੁਛ ਕਈ ਜੇ ਬਾਹਰ ਸੰਸਾਰ ਦੀਆਂ ਚਾਹਤਾਂ 'ਚ ਉਲਝੇ ਹੋਏ ਹਨ, ਲਕਸ਼ ਹਨ, ਉਹਨਾਂ ਨੂੰ ਕਿਹਾ ਜਾਂਦਾ ਸੰਸਾਰ ਦੇ ਲਕਸ਼ ਛੱਡੋ। ਫਿਰ ਜਿਹੜੇ ਧਾਰਮਿਕ ਲਕਸ਼ ਕਰਕੇ ਚੱਲ ਰਹੇ ਹਨ, ਜਿਵੇਂ ਦਲਬੀਰ ਸਿੰਘ ਤਰਮਾਲੇ ਵਾਲੇ ਹਨ, ਅਤੇ ਨਾਮ ਜਪਾ ਰਹੇ ਹਨ, ਜਪ ਰਹੇ ਹਨ। ਅਤੇ ਜਿਹੜਾ ਜਪ ਰਿਹਾ ਹੈ ਉਹ ਤਾਂ ਲਕਸ਼ ਵੱਲ ਨੂੰ ਜਾ ਰਿਹਾ ਹੈ ਨਾ, ਉਹਨੇ ਕੁਛ ਪਾਉਣਾ ਹੈ, ਕੁਛ ਚਾਹਤ ਹੈ, ਤਾਂ ਹੀ ਤਾਂ ਲੱਗਾ ਹੋਇਆ ਹੈ। ਜਾਪ ਕਰਦਾ ਹੈ, ਕੋਈ ਧਿਆਨ ਕਰਦਾ ਹੈ, ਕੋਈ ਨਾਮ ਜਪਦਾ ਹੈ, ਕੋਈ ਸਿਮਰਨ ਕਰਦਾ, ਉਹ ਕਰ ਕਰਦੇ ਰਹੇ ਹਨ। ਉਹਨਾਂ ਦਾ ਵੀ ਕੋਈ ਲਕਸ਼ ਹੈ ਨਾ, ਕੁਛ ਪਾਉਣਾ ਹੈ, ਤਾਂ ਹੀ ਚੱਲ ਰਿਹਾ ਹੈ ਨਾ। ਧਾਰਮਿਕ ਲੋਕ ਵੀ ਕਰਮ ਕਾਂਡਾਂ 'ਚ ਉਲਝੇ ਰਹਿੰਦੇ ਹਨ, ਕਿਉਂਕਿ ਉਹਨਾਂ ਦਾ ਕੋਈ ਲਕਸ਼ ਹੁੰਦਾ ਹੈ, ਕੁਛ ਪਾਉਣਾ ਹੈ, ਕੋਈ ਚਾਹਤ ਹੈ, ਤਾਂ ਹੀ ਮਨ ਚੱਲ ਰਿਹਾ ਹੈ, ਕੁਛ ਕਰ ਰਹੇ ਹਨ। ਇਵੇਂ ਹੀ ਇਹਨਾਂ ਨੇ ਲਿਖਿਆ ਹੋਇਆ ਹੈ, ਗੁਰੂ ਨਾਨਕ ਦੇਵ ਜੀ ਦਾ ਸਿੱਧਾਂ ਨੂੰ ਉਪਦੇਸ਼। ਕੋਈ ਪਾਇਆ ਹੋਊਗਾ ਰਿਕਾਰਡ ਕੂਡ, ਉਹ ਤਾਂ ਮੈਂ ਸੁਣੀ ਨਹੀਂ, ਪਰ ਸਿੱਧਾਂ ਨੂੰ ਉਪਦੇਸ਼ ਵੀ ਬਾਬੇ ਨਾਨਕ ਨੇ ਇਹੋ ਹੀ ਦਿੱਤਾ ਸੀ ਨਾ, ਵੀ ਤੁਸੀਂ ਪਹਿਲਾਂ ਤਾਂ ਸੰਸਾਰ 'ਚ ਉਲਝੇ ਸੀ, ਸੰਸਾਰ 'ਚ ਕੁਝ ਪਾਉਣਾ ਸੀ, ਤਾਂ ਹੁਣ ਤੁਸੀਂ ਇੱਥੇ ਜੋਗੀ ਬਣ ਬੈਠੇ ਹੋ, ਤਾਂ ਹੁਣ ਵੀ ਵੈਸੇ ਹੀ ਕਰਮ ਕਾਂਡਾਂ 'ਚ ਉਲਝੇ ਹੋਏ, ਯੋਗ ਕਰ ਰਹੇ ਹੋ, ਕੁਛ ਪਾਉਣਾ ਹੈ, ਰਿੱਧੀਆਂ ਸਿੱਧੀਆਂ ਪਾਉਣੀਆਂ ਜਾਂ ਹੋਰ ਕੁਛ ਪਾਉਣਾ ਹੈ। ਅਤੇ ਪਾਉਣ ਦੀ ਵਾਸ਼ਨਾ ਕਰਕੇ ਕਰਮ ਚੱਲ ਰਿਹਾ ਹੈ ਨਾ, ਜਾਂ ਸੁੱਖ ਪਾਉਣਾ ਹੈ। ਹੁਣ ਸੰਸਾਰ 'ਚ ਸੁੱਖ ਪਾਉਣ ਵਾਸਤੇ ਪਹਿਲਾਂ ਲੱਗੇ ਸੀ, ਇੱਥੋਂ ਨਹੀਂ ਮਿਲਿਆ, ਹੁਣ ਤੁਸੀਂ ਇੱਧਰ ਜਾ ਕੇ ਉਹ ਕੰਮ ਸ਼ੁਰੂ ਕੀਤਾ ਹੋਇਆ ਵੀ ਛੱਡੋ ਹੋਏ। ਅਤੇ ਬਾਬੇ ਨਾਨਕ ਨੇ ਉਸ ਸਮੇਂ ਜੋਗੀਆਂ ਨੂੰ ਸਮਝਾਇਆ ਸੀ, ਉਪਦੇਸ਼ ਦਿੱਤਾ ਸੀ, ਅਤੇ ਮੈਂ ਅਜੋਕੇ ਸਮੇਂ ਦੇ ਜੋਗੀਆਂ ਨੂੰ ਦੇ ਰਿਹਾ ਹਾਂ, ਜਿਹੜੇ ਸੰਸਾਰ ਦੇ ਵਿੱਚ ਰਹਿ ਰਹੇ ਹਨ, ਗ੍ਰਸਤ ਦੇ ਵਿੱਚ ਰਹਿ ਕੇ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਅਤੇ ਉਪਦੇਸ਼ ਤਾਂ ਵੈਸੇ ਹੀ ਦੇਣਾ ਪਵੇਗਾ ਵੀ ਉਹ ਸੰਸਾਰ ਨੂੰ ਛੱਡ ਕੇ ਦੂਰ ਗਏ ਸਨ ਯੋਗ ਕਮਾਉਣ ਵਾਸਤੇ, ਅਤੇ ਤੁਸੀਂ ਜੋਗੀ ਅਗਰ ਸੰਸਾਰ ਦੇ ਵਿੱਚ ਹੀ ਹੋਣਾ ਹੈ ਤਾਂ ਵੀ ਚਾਹਤਾਂ ਤਾਂ ਛੱਡਣੀਆਂ ਹਨ, ਲਕਸ਼ ਛੱਡਣੇ ਹਨ। ਪਹਿਲਾਂ ਸੰਸਾਰ ਦੇ ਵਿੱਚ ਕੁਛ ਪਾਉਣ ਦੇ ਲਕਸ਼ ਚਾਹਤਾਂ ਉਹ ਛੁੱਟਣਗੀਆਂ, ਖਿਆਲ ਵਿੱਚ ਰੱਖਿਓ। ਉਹਨਾਂ ਕਰਕੇ ਵਿਚਾਰ ਚੱਲ ਰਹੇ ਹਨ। ਕੁਛ ਵੀ ਅਗਰ ਤੁਹਾਨੂੰ ਸੰਸਾਰ 'ਚ ਚਾਹੀਦਾ ਹੈ, ਰੰਚਕ ਮਾਤਰ ਵੀ, ਤਾਂ ਮਨ ਸੰਸਾਰ 'ਚ ਜਾਵੇਗਾ।
ਫਿਰ ਧਾਰਮਿਕ ਜਗਤ ਦੇ ਵਿੱਚ ਵੀ ਐਸਾ ਹੀ ਹੈ। ਇੱਥੇ ਵੀ ਜਦੋਂ ਕੋਈ ਚੱਲਦਾ ਹੈ ਪਹਿਲ ਤੇ ਲਕਸ਼ ਲੈ ਕੇ ਹੀ ਚੱਲੇਗਾ, ਤੇ ਲਕਸ਼ ਬੁਰਾ ਨਹੀਂ ਹੈ। ਪਰਮਾਤਮਾ ਦਾ ਲਕਸ਼, ਪਰਮਾਤਮਾ ਦਾ ਟੀਚਾ ਲੈ ਕੇ ਚੱਲੋ ਪਹਿਲਾਂ ਇੱਧਰ ਨੂੰ, ਸੰਸਾਰ ਛੁੱਟੇਗਾ। ਫਿਰ ਤੁਹਾਨੂੰ ਅਖੀਰ ਦੇ ਵਿੱਚ ਪਤਾ ਲੱਗੇਗਾ ਜਾ ਕੇ ਵੀ ਇਹ ਲਕਸ਼ ਕਰਕੇ ਹੀ ਮਨ ਚੱਲ ਰਿਹਾ ਹੈ। ਤੇ ਜਦੋਂ ਲਕਸ਼ ਕੋਈ ਨਹੀਂ ਹੁੰਦਾ ਮਨ ਡਿੱਗ ਪੈਂਦਾ ਹੈ, ਮਰ ਜਾਂਦਾ। ਕਹਿ ਲਈ ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਦੌੜ ਖਤਮ ਹੋ ਜਾਂਦੀ। ਸੰਸਾਰ ਦੀ ਦੌੜ ਪਹਿਲਾਂ ਚੱਲ ਰਹੀ ਸੀ, ਉਹ ਖਤਮ ਹੁੰਦੀ ਹੈ। ਧਾਰਮਿਕ ਦੌੜਨ ਵੱਲ ਨੂੰ ਆਉਣ ਵਾਸਤੇ ਇੱਧਰ ਨੂੰ ਦੌੜ ਸ਼ੁਰੂ ਹੋ ਗਈ। ਧਾਰਮਿਕ ਕਹਿ ਲਓ, ਧਾਰਮਿਕ ਲਕਸ਼, ਸੰਸਾਰਿਕ ਲਕਸ਼ ਛੱਡ ਦਿੱਤੇ। ਫਿਰ ਇਹ ਵੀ ਦੌੜ ਉਦੋਂ ਖਤਮ ਹੁੰਦੀ ਹੈ ਜਦੋਂ ਮਨ ਡਿੱਗ ਪੈਂਦਾ ਹੈ। ਫਿਰ ਉਹਨੂੰ ਕਰਨ ਨੂੰ ਕੁਝ ਨਹੀਂ ਬਾਕੀ ਰਹਿੰਦਾ। ਕਰਨਾ ਹੁੰਦਾ ਹੈ ਕੁਝ ਪਾਉਣ ਵਾਸਤੇ, ਦੂਸਰੀ ਚੀਜ਼ ਪਾਉਣ ਵਾਸਤੇ ਕੁਝ ਕਰਨਾ। ਲਕਸ਼ ਦੂਸਰੇ ਨੂੰ ਪਾਉਣ ਵਾਸਤੇ ਹੀ ਹੁੰਦਾ ਹੈ। ਅਤੇ ਉਦੋਂ ਪਤਾ ਲੱਗਦਾ ਇੱਥੇ ਦੂਸਰਾ ਹੈ ਹੀ ਨਹੀਂ। ਉੱਥੇ ਸਾਰੇ ਹੀ ਲਕਸ਼ ਡਿੱਗ ਪੈਂਦੇ ਹਨ, ਸਾਰੀਆਂ ਚਾਹਤ। ਉੱਥੇ ਤੇ ਸੁੱਧ ਕੀ ਸੁੱਧ, ਮੈਂ ਸੁੱਧ ਨਾ ਰਹੀ। ਬੁੱਧ में न बुद्ध रही, ਗਿਆਨ में न ਗਿਆਨ, ਧਿਆਨ में न ਧਿਆਨ ਰਹੇ। ਪਰ ਪਹਿਲਾਂ ਇੱਕ ਲਕਸ਼ ਨੂੰ ਲੈ ਕੇ ਚੱਲਣਾ ਹੁੰਦਾ ਹੈ। ਬਹੁਤੇ ਲਕਸ਼ ਛੱਡਣ ਵਾਸਤੇ, ਜਿਵੇਂ ਕਹਿੰਦੇ ਇਕਾਗਰ ਕਰਨਾ ਮਨ, ਉਹਦਾ ਭਾਵ ਹੁੰਦਾ ਇੱਕ ਜਗ੍ਹਾ, ਇੱਕ ਲਕਸ਼ 'ਤੇ, ਇੱਕ ਟੀਚੇ 'ਤੇ ਇਕਾਗਰ ਕਰਨਾ। ਫਿਰ ਜਦੋਂ ਇਹ ਇਕਾਗਰ ਹੋਇਆ ਮਨ, ਇਕਜੁੱਟ ਹੋਇਆ, ਉਹ ਫਿਰ ਸਮਰਪਿਤ ਕਰ ਦੇਣਾ ਮਨ ਦੇ ਆਰਾਮ ਲਈ ਆਇਆ, ਜਾਂ ਕਹਿ ਲਈਏ ਆਪਣਾ ਲਕਸ਼ ਸਮਰਪਿਤ ਕਰ ਦੇਣਾ ਹੈ। ਜਿਵੇਂ ਪਿਆਰਿਆਂ ਨੇ ਗੁਰੂ ਨੂੰ ਕੀਤਾ ਸੀ, ਭਈ ਹੁਣ ਆਪਣੀ ਮਰਜ਼ੀ ਨਾਲ ਨਹੀਂ ਅਸੀਂ ਦੇਣਾ, ਤੇਰੀ ਮਰਜ਼ੀ ਨਾਲ ਜੀ। ਸਾਡਾ ਕੋਈ ਲਕਸ਼ ਨਹੀਂ, ਸਭ ਤੇਰੇ।